ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਖੁਸ਼ੀ ਹੈ ਕਿ ਤੁਸੀਂ ਭਾਈ ਸਰਵਣ ਸਿੰਘ ਜੀ ਦੇ ਜੀਵਨ ਚਰਿੱਤਰ ਦੀਆਂ ਪਹਿਲੀਆਂ 3 ਵੀਡੀਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਦੇਖੀਆਂ। ਇਹ ਭਾਈ ਸਰਵਣ ਸਿੰਘ ਜੀ ਦੇ ਜੀਵਨ ਬਾਰੇ ਸਾਡੀ ਅਖੀਰਲੀ ਵੀਡੀਓ ਹੈ, ਪਰ ਇਹ ਬਹੁਤ ਹੀ ਹੈਰਾਨੀ ਉਪਜਾਉਣ ਵਾਲੀ ਵੀਡੀਓ ਹੈ, ਕਿਉਂਕਿ ਭਾਈ ਸਰਵਣ ਸਿੰਘ ਦੇ ਜੀਵਨ ਵਿੱਚ ਇੱਕ ਵਾਰੀ ਭਾਰੀ ਗਿਰਾਵਟ ਆ ਗਈ ਸੀ। ਸੁਣੋ ਇਹ ਘਟਨਾ ਕਿਵੇਂ ਵਾਪਰੀ। ਭਾਈ ਸਰਵਣ ਸਿੰਘ ਦਾ ਜੀਵਨ ਪੜ੍ਹ ਸੁਣ ਅਤੇ ਦੇਖ ਕੇ ਇਵੇਂ ਲੱਗਦਾ ਹੈ ਜਿਵੇਂ ਅਕਾਲ ਪੁਰਖ ਨੇ ਇਹ ਜੀਵਨ ਸਾਡੇ ਸਭ ਵਾਸਤੇ ਹੀ ਸਾਨੂੰ ਪਰਮਾਰਥ ਲਈ ਬਹੁਤ ਕੁਝ ਸਿਖਾਉਣ ਲਈ ਹੀ ਘੜਿਆ ਸੀ। ਇੱਕ ਜੀਵਨ ਵਿੱਚ ਇੰਨੀਆਂ ਅਸਚਰਜ ਘਟਨਾਵਾਂ ਦਾ ਵਾਪਰਨਾ ਇੱਕ ਅਚੰਭੇ ਵਾਲੀ ਗੱਲ ਹੈ। ਜਦੋਂ ਦਾ ਭਾਈ ਸਰਵਣ ਸਿੰਘ ਨੇ ਅੰਮ੍ਰਿਤ ਛਕਿਆ, ਉਦੋਂ ਤੋਂ ਉਹਨਾਂ ਦੀ ਆਤਮਿਕ ਜ਼ਿੰਦਗੀ ਦਾ ਗ੍ਰਾਫ ਸਿੱਧਾ ਉੱਪਰ ਨੂੰ ਜਾ ਰਿਹਾ, ਪਰ ਇੱਕ ਮੁਕਾਮ ਤੇ ਪਹੁੰਚ ਕੇ ਉਹਨਾਂ ਦੇ ਜੀਵਨ ਵਿੱਚ ਖੜੌਤ ਆ ਗਈ। ਪਹਿਲਾਂ ਆਤਮਿਕ ਖੜੌਤ ਆਈ, ਜਿਸ ਨੂੰ ਖਾਲਸਾ ਬੋਲਿਆਂ ਵਿੱਚ ਖੜਦੀ ਕਲਾ ਕਿਹਾ ਜਾਂਦਾ ਹੈ, ਅਤੇ ਫਿਰ ਉਹਨਾਂ ਦੀ ਰੂਹਾਨੀਅਤ ਦਾ ਗ੍ਰਾਫ ਸਿੱਧਾ ਥੱਲੇ ਨੂੰ ਜਾਣ ਲੱਗ ਪਿਆ। ਇਸ ਨੂੰ ਗੁਰਮਤ ਬੋਲੀ ਵਿੱਚ ਢਹਿੰਦੀ ਕਲਾ ਕਹਿੰਦੇ ਹਨ। ਉਹ ਅਸਮਾਨ ਤੇ ਚੜ੍ਹੇ ਹੋਏ ਸਨ ਕਿ ਉਹਨਾਂ ਦੇ ਖੰਭ ਉਹਨਾਂ ਨੂੰ ਵਿਸਰ ਗਏ ਅਤੇ ਉਹ ਧੜਮ ਦੇ ਕੇ ਧਰਤੀ ਤੇ ਜਾ ਡਿੱਗੇ। ਖੰਭ ਵਿਸਰ ਗਏ ਜਾਂ ਹਉਮੈ ਰੂਪੀ ਦੈਂਤ ਨੇ ਇਹ ਖੰਭ ਕੁਤਰ ਦਿੱਤੇ, ਇਹ ਤਾਂ ਰੱਬ ਹੀ ਜਾਣੇ। ਪਰ ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਕਿ ਉਹ ਸਿੱਖੀ ਵੱਲੋਂ ਮੁਨਹਰਫ ਹੋ ਗਏ। ਕੋਈ ਸੋਚ ਨਹੀਂ ਸਕਦਾ ਕਿ ਉਹ ਇੰਨੀ ਜ਼ੋਰ ਦੀ ਡਿੱਗ ਕੇ ਦੁਬਾਰਾ ਉੱਠ ਸਕਦੇ ਸਨ, ਪਰ ਉਹ ਉੱਠੇ ਵੀ ਅਤੇ ਪਹਿਲਾਂ ਨਾਲੋਂ ਵੀ ਉੱਚੀਆਂ ਆਤਮਿਕ ਉਡਾਰੀਆਂ ਮਾਰਨ ਲੱਗ ਪਏ। ਨਾ ਉਹਨਾਂ ਦੇ ਡਿੱਗਣ ਦੀ ਕਿਸੇ ਨੂੰ ਉਮੀਦ ਸੀ, ਅਤੇ ਜਦੋਂ ਉਹ ਡਿੱਗ ਗਏ ਤਾਂ ਉਹਨਾਂ ਦੇ ਉੱਠਣ ਦੀ ਕਿਸੇ ਨੂੰ ਉਮੀਦ ਨਹੀਂ ਸੀ। ਇਹ ਸਭ ਕੁਝ ਕਿਵੇਂ ਵਾਪਰਿਆ, ਆਓ ਪ੍ਰੇਮ ਸ਼ਰਧਾ ਨਾਲ ਸੁਣੀਏ, ਤਾਂ ਕਿ ਸਾਡੇ ਤੇ ਕਦੀ ਅਜਿਹੀ ਅਵਸਥਾ ਨਾ ਆ ਜਾਵੇ। ਭਾਈ ਸਰਵਣ ਸਿੰਘ ਦੀ ਉੱਚ ਅਵਸਥਾ ਕਰਕੇ ਰਿੱਧੀਆਂ ਸਿੱਧੀਆਂ ਤਾਂ ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਸਨ। ਉੱਤੋਂ ਹੱਦ ਦਰਜੇ ਦੇ ਪਰਉਪਕਾਰੀ ਜਨ ਸਨ। ਹਰੇਕ ਦੀ ਮਦਦ ਕਰਨੀ, ਹਰੇਕ ਦਾ ਭਲਾ ਕਰਨਾ, ਦਿਨ ਰਾਤ ਭਗਤੀ ਕਰਨੀ ਅਤੇ ਪਰਉਪਕਾਰ ਕਰਨ ਤੋਂ ਕਦੇ ਪਿੱਛੇ ਨਾ ਹਟਣਾ। ਇਹਨਾਂ ਗੁਣਾਂ ਕਰਕੇ ਮਾਸਟਰ ਧਰਮ ਸਿੰਘ ਅਤੇ ਹੋਰ ਕਈ ਗੁਰਸਿੱਖ ਉਹਨਾਂ ਦੇ ਬੜੇ ਸ਼ਰਧਾਲੂ ਬਣ ਗਏ। ਮਾਸਟਰ ਧਰਮ ਸਿੰਘ ਭਾਵੇਂ ਉਹਨਾਂ ਦੇ ਦੋਸਤ ਹੋਣ ਕਰਕੇ ਕਦੇ-ਕਦੇ ਉਹਨਾਂ ਦੀਆਂ ਗਲਤੀਆਂ ਕਾਰਨ ਉਹਨਾਂ ਨੂੰ ਟੋਕ ਵੀ ਦਿਆ ਕਰਦੇ ਸਨ, ਪਰ ਬਹੁਤਾ ਉਹ ਉਹਨਾਂ ਦੀਆਂ ਗਲਤੀਆਂ ਤੇ ਪਰਦੇ ਪਾਉਂਦੇ ਰਹਿੰਦੇ ਸੀ ਅਤੇ ਮੂੰਹ ਤੇ ਉਹਨਾਂ ਦੀ ਉਸਤਤ ਕਰਨੋਂ ਵੀ ਨਹੀਂ ਸੀ ਹਟਦੇ। ਇੱਕ ਵਾਰ ਮਾਸਟਰ ਧਰਮ ਸਿੰਘ ਜੀ ਨੂੰ ਤਪਤਿਕ ਭਾਵ ਟੀਵੀ ਦੀ ਬਿਮਾਰੀ ਲੱਗ ਗਈ। ਬਹੁਤੀ ਮਿਹਨਤ ਕਰਨ ਕਾਰਨ ਅਤੇ ਘਰੇ ਗਰੀਬੀ ਹੋਣ ਕਾਰਨ ਇਹ ਬਿਮਾਰੀ ਉਹਨਾਂ ਨੂੰ ਆਣ ਚਿੰਬੜੀ। ਉਹਨਾਂ ਨੇ ਭਾਈ ਸਰਵਣ ਸਿੰਘ ਨਾਲ ਗੱਲ ਕੀਤੀ ਤਾਂ ਭਾਈ ਸਰਵਣ ਸਿੰਘ ਅੱਗੋਂ ਬੋਲੇ, ਤੈਨੂੰ ਟੀਵੀ ਟਾਵੀ ਕੋਈ ਨਹੀਂ, ਕਹਿਣ ਵਾਲਿਆਂ ਨੂੰ ਹੋਊਗੀ। ਇਹ ਕਹਿ ਕੇ ਉਹ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਪਾਸ ਪਿੰਡ ਨਾਰੰਗਵਾਲ ਆਏ ਅਤੇ ਕਹਿਣ ਲੱਗੇ, ਬਾਈ, ਆਪਾਂ ਇੱਕ ਅਖੰਡ ਪਾਠ ਆਪਣੇ ਭਾਈ ਧਰਮ ਸਿੰਘ ਜੀ ਨਿਮਿਤ ਕਰ ਦਈਏ। ਸਹੁਰੇ ਡਾਕਟਰ ਹਕੀਮ ਤਪਤਿਕ ਹੋਣ ਦਾ ਸ਼ੱਕ ਭਾਈ ਧਰਮ ਸਿੰਘ ਨੂੰ ਪਾਉਂਦੇ ਹਨ। ਭਾਈ ਸਾਹਿਬ ਅਤੇ ਸਾਰੇ ਸਿੰਘ ਅਖੰਡ ਪਾਠ ਸਾਹਿਬ ਕਰਨ ਲਈ ਰਾਜ਼ੀ ਹੋ ਗਏ, ਪਰ ਨਾਲ ਸ਼ਰਤ ਇਹ ਲਾਈ ਕਿ ਮਾਸਟਰ ਧਰਮ ਸਿੰਘ ਜੀ ਨੂੰ ਸਾਰਾ ਪਾਠ ਸਰਵਣ ਕਰਨਾ ਪਵੇਗਾ, ਜਿਸ ਲਈ ਉਹ ਰਾਜ਼ੀ ਹੋ ਗਏ। ਸੋ ਪਾਠ ਆਰੰਭ ਹੋ ਗਿਆ ਅਤੇ ਮਾਸਟਰ ਜੀ ਹਿੰਮਤ ਕਰਕੇ ਪਾਠ ਸੁਣਨ ਬੈਠ ਗਏ। ਉਹਨਾਂ ਨੇ ਉਦਮ ਧਾਰ ਕੇ ਜਿੰਨਾ ਵੀ ਹੋ ਸਕਿਆ ਪਾਠ ਸਰਵਣ ਕੀਤਾ ਅਤੇ ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਕਿ ਮਾਸਟਰ ਜੀ 9/9 ਹੋ ਗਏ ਅਤੇ ਲੰਮੀ ਉਮਰ ਭੋਗ ਕੇ ਪੂਰੇ ਹੋਏ। ਸੋ ਅਜਿਹੇ ਪਰਉਪਕਾਰਾਂ ਕਰਕੇ ਭਾਈ ਸਰਵਣ ਸਿੰਘ ਦੇ ਕਈ ਸ਼ਰਧਾਲੂ ਸਨ ਜੋ ਉਹਨਾਂ ਦੀ ਬੜੀ ਕਦਰ ਕਰਦੇ ਸਨ ਅਤੇ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਤਾਰੀਫ ਕਰਦੇ ਰਹਿੰਦੇ ਸਨ, ਜਿਸ ਕਾਰਨ ਉਹਨਾਂ ਨੂੰ ਹਉਮੈ ਦੀ ਹਵਾ ਇੱਕ ਦਿਨ ਲੱਗ ਹੀ ਗਈ ਅਤੇ ਹਉਮੈ ਦੀ ਬਿਮਾਰੀ ਉਹਨਾਂ ਅੰਦਰ ਹੌਲੀ-ਹੌਲੀ ਵਧਣ ਲੱਗ ਪਈ। ਭਾਈ ਸਰਵਣ ਸਿੰਘ ਨੂੰ ਪਤਾ ਹੀ ਨਾ ਲੱਗਿਆ ਕਦੋਂ ਉਹ ਹਉਮੈ ਰੋਗ ਨੇ ਉਹਨਾਂ ਤੇ ਕਬਜ਼ਾ ਕਰ ਲਿਆ। ਅੰਦਰ ਪਨਪ ਰਹੀ ਹਉਮੈ ਨੇ ਇੱਕ ਦਿਨ ਭਿਆਨਕ ਅਸਥੂਲ ਰੂਪ ਧਾਰਨ ਕਰ ਲਿਆ। ਹੋਇਆ ਇੰਜ ਕਿ ਇੱਕ ਦਿਨ ਸਾਰੇ ਸਿੰਘ ਜਥੇ ਸਹਿਤ ਅੰਬਾਲੇ ਬਾਊ ਮਲ ਸਿੰਘ ਜੀ ਹੋਰਾਂ ਪਾਸ ਗਏ ਹੋਏ ਸਨ। ਸ੍ਰੀ ਆਸਾ ਕੀ ਵਾਰ ਦਾ ਸਮਾਗਮ ਚੱਲ ਰਿਹਾ ਸੀ, ਪਰ ਭਾਈ ਸਰਵਣ ਸਿੰਘ ਆਪਣੇ ਸਥਾਨ ਤੋਂ ਗਾਇਬ ਸਨ। ਅਸਲ ਵਿੱਚ ਭਾਈ ਸਰਵਣ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਪਣੇ ਉਤਾਰੇ ਵਾਲੇ ਥਾਂ ਤੇ ਲੰਮੇ ਪਏ ਸਨ। ਆਪਣੇ ਕੀਰਤਨ ਦੇ ਸਾਥੀਆਂ ਬਗੈਰ ਭਾਈ ਸਾਹਿਬ ਰਣਧੀਰ ਸਿੰਘ ਜੀ ਨੂੰ ਕੁਝ ਕਮੀ ਮਹਿਸੂਸ ਹੋ ਰਹੀ ਸੀ। ਭਾਈ ਸਾਹਿਬ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਪਰਮ ਮਿੱਤਰ ਭਾਈ ਸਰਵਣ ਸਿੰਘ ਸਮਾਗਮ ਤੋਂ ਗਾਇਬ ਹਨ, ਤਾਂ ਉਹਨਾਂ ਨੇ ਬਾਊ ਮਲ ਸਿੰਘ ਜੀ ਨੂੰ ਇਸ਼ਾਰਾ ਕੀਤਾ ਕਿ ਭਾਈ ਸਰਵਣ ਸਿੰਘ ਨੂੰ ਲੈ ਕੇ ਆਉਣ। ਬਾਊ ਜੀ ਨੇ ਲੰਮੇ ਪਏ ਭਾਈ ਸਰਵਣ ਸਿੰਘ ਨੂੰ ਜਾ ਕੇ ਹਲੂਣਿਆ ਅਤੇ ਆਖਿਆ ਕਿ ਸਾਰੀ ਸੰਗਤ ਯਾਦ ਕਰਦੀ ਹੈ ਬੇਬਲਤਾ ਸਹਿਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ ਹਨ। ਦੀਵਾਨ ਲੱਗਾ ਹੋਇਆ ਹੈ। ਦੀਵਾਨ ਵਿੱਚ ਤੁਹਾਨੂੰ ਹਾਜ਼ਰ ਨਾ ਦੇਖ ਕੇ ਬੜੀ ਹੈਰਾਨਗੀ ਭਰੀ ਬੇਹਬਲਤਾ ਹੋ ਰਹੀ ਹੈ। ਭਾਈ ਸਰਵਣ ਸਿੰਘ ਲੰਮੇ ਪਏ ਹੋਏ ਹੀ ਅਤੇ ਅੱਖਾਂ ਬੰਦ ਕੀਤਿਆਂ ਹੀ ਅੱਗੋਂ ਬੋਲੇ,
ਸਾਡੇ ਤਾਂ ਅੰਦਰ ਹੀ ਆਸਾ ਜੀ ਦੀ ਵਾਰ ਲੱਗ ਰਹੀ ਹੈ। ਹੈਰਾਨ ਪਰੇਸ਼ਾਨ ਹੋ ਕੇ ਬਾਊ ਜੀ ਵਾਪਸ ਕੀਰਤਨ ਵਿੱਚ ਆ ਗਏ ਅਤੇ ਉਹੀ ਗੱਲ ਆਖ ਸੁਣਾਈ ਜੋ ਭਾਈ ਸਰਵਣ ਸਿੰਘ ਨੇ ਕਹੀ ਸੀ। ਭਾਈ ਸਾਹਿਬ ਨੇ ਦੂਜੀ ਵਾਰ ਫੇਰ ਬਾਊ ਮਲ ਸਿੰਘ ਜੀ ਅਤੇ ਕਰਨਲ ਪਿਆਰਾ ਸਿੰਘ ਜੀ, ਜੋ ਉਹਨਾਂ ਦੇ ਬੜੇ ਸਨੇਹੀ ਮਿੱਤਰ ਸਨ, ਨੂੰ ਭੇਜਿਆ ਕਿ ਭਾਈ ਸਰਵਣ ਸਿੰਘ ਨੂੰ ਲੈ ਕੇ ਆਓ। ਜਦੋਂ ਇਹਨਾਂ ਸੱਜਣਾ ਨੇ ਦੂਜੀ ਵਾਰ ਜਾ ਕੇ ਭਾਈ ਸਰਵਣ ਸਿੰਘ ਨੂੰ ਆਉਣ ਲਈ ਕਿਹਾ ਤਾਂ ਉਸਨੇ ਅੱਗੋਂ ਪਹਿਲਾਂ ਵਾਂਗ ਹੀ ਕਿਹਾ ਕਿ ਸਾਡੇ ਤਾਂ ਅੰਦਰ ਹੀ ਵਾਰ ਲੱਗੀ ਹੋਈ ਹੈ, ਅੰਦਰੇ ਹੀ ਦੀਵਾਨ ਲੱਗਾ ਹੋਇਆ ਹੈ। ਇਸ ਤੇ ਬਾਊ ਜੀ ਨੇ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਦੀਵਾਨ ਕਾਹਦਾ? ਇਹ ਸਵਾਲ ਕਰਨ ਦੀ ਦੇਰ ਸੀ ਕਿ ਭਾਈ ਸਰਵਣ ਸਿੰਘ ਅੰਦਰ ਜੋ ਸੂਖਸ਼ਮ ਹਉਮੈ ਸੀ, ਉਹ ਸਥੂਲ ਰੂਪ ਧਾਰਨ ਕਰਕੇ ਭੜਕ ਉੱਠੀ। ਹਉਮੈ ਦਾ ਗਰਸਿਆ ਹੋਇਆ ਸਰਵਣ ਸਿੰਘ ਬੋਲ ਉੱਠਿਆ ਅਤੇ ਬੜਾ ਗਲਤ ਬੋਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ। ਅੱਗੋਂ ਦੋਵੇਂ ਸੱਜਣ ਕਹਿਣ ਲੱਗੇ, ਤੁਸੀਂ ਫੱਲੇਵਾਲ ਆਪਣੀ ਕੁਟੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੋ ਅਤੇ ਆਖਿਆ ਕਰਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਕਰਕੇ ਇਹ ਕੁਟੀਆ ਹੀ ਨਹੀਂ ਬਲਕਿ ਗੁਰਦੁਆਰਾ ਹੈ। ਫੇਰ ਤਾਂ ਭਾਈ ਸਰਵਣ ਸਿੰਘ ਇੱਕਦਮ ਬਹੁਤ ਗਲਤ ਬੋਲਣ ਲੱਗ ਪਿਆ। ਕਹਿਣ ਲੱਗਾ, ਮੇਰੇ ਭਾ ਦਾ ਦੇਹੁਰਾ ਮਸੀਤ ਤੇ ਗੁਰਦੁਆਰਾ ਇੱਕੋ ਜਿਹੇ ਹਨ। ਮੈਂ ਫੱਲੇਵਾਲ ਜਾ ਕੇ ਕੁਟੀਆ ਨੂੰ ਢਾਹ ਦੇਵਾਂਗਾ ਅਤੇ ਤੁਹਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਕੱਢ ਦਿਆਂਗਾ। ਅਜਿਹਾ ਬਕਵਾਸ ਸੁਣ ਕੇ ਦੋਵੇਂ ਸੱਜਣ ਵਾਪਸ ਕੀਰਤਨ ਵਿੱਚ ਆ ਗਏ। ਦੀਵਾਨ ਦੀ ਸਮਾਪਤੀ ਤੇ ਦੋਹਾਂ ਸੱਜਣਾਂ ਨੇ ਸਾਰੀ ਵਾਰਤਾ ਸੰਗਤ ਨੂੰ ਦੱਸੀ ਤਾਂ ਸੰਗਤ ਨੇ ਇੱਕ ਜ਼ੁਬਾਨ ਹੋ ਕੇ ਉਚਾਰਿਆ ਕਿ ਜੋ ਵੀ ਸਰਵਣ ਸਿੰਘ ਨੇ ਬੋਲਿਆ ਹੈ ਉਹ ਮਹਾ ਕੁਫਰ ਤੋਲਿਆ ਹੈ। ਇਹ ਫਿੱਟ ਗਿਆ ਹੈ, ਹਉਮੈ ਇਸ ਨੂੰ ਖਾ ਗਈ ਹੈ। ਇਸ ਨੂੰ ਬਚਾਉਣ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਉਸ ਨੂੰ ਜਥੇ ਵੱਲੋਂ ਛੇਕਿਆ ਜਾਵੇ, ਮੁਕੰਮਲ ਬਾਈਕਾਟ ਉਸ ਦਾ ਕੀਤਾ ਜਾਵੇ। ਜਥੇ ਦਾ ਕੋਈ ਸਿੰਘ ਉਸ ਨਾਲ ਤਾਲੁਕ ਨਾ ਰੱਖੇ। ਸੋ ਸੰਗਤ ਵੱਲੋਂ ਸਰਬਸੰਮਤੀ ਨਾਲ ਗੁਰਮਤਾ ਹੋ ਗਿਆ। ਟੀਸੀ ਚੜਿਆ ਸਰਵਣ ਸਿੰਘ ਥੱਲੇ ਆ ਡਿੱਗਿਆ। ਇੱਕ ਦੋ ਸੱਜਣ ਹਾਲੇ ਵੀ ਉਸ ਨਾਲ ਮੇਲ-ਜੋਲ ਰੱਖ ਰਹੇ ਸਨ, ਪਰ ਉਹਨਾਂ ਨੂੰ ਜਦੋਂ ਤਾੜਨਾ ਕੀਤੀ ਗਈ ਤਾਂ ਉਹ ਪਿੱਛੇ ਹਟ ਗਏ। ਫਿਰ ਤਾਂ ਸਰਵਣ ਸਿੰਘ ਦੀ ਹਉਮੈ ਦਾ ਕੁਝ ਹੀ ਦਿਨਾਂ ਵਿੱਚ ਅੜਾਟ ਨਿਕਲ ਗਿਆ। ਕੱਲਮ ਕੱਲਾ ਰਹਿ ਗਿਆ। ਉਸ ਦੇ ਅੰਦਰਲੀ ਜੋ ਜੋਤ ਵਿਗਾਸੀ ਅਵਸਥਾ ਸੀ ਉਹ ਖਤਮ ਹੋ ਗਈ। ਫਿਰ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਹਰੇਕ ਸਮਾਗਮ ਤੇ ਆਵੇ ਅਤੇ ਜੋੜਿਆਂ ਵਿੱਚ ਲੇਟਿਆ ਰਹੇ ਅਤੇ ਧੁੱਪ ਨਾਲ ਭੁੱਜਦਾ ਰਹੇ। ਮਹੀਨਾ ਭਰ ਉਹ ਇਸੇ ਤਰ੍ਹਾਂ ਹੀ ਦਿਲ ਮਿਲਾਉਂਦਾ ਰਿਹਾ, ਪਰ ਕਿਸੇ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ। ਓੜਕ ਉਹ ਸੰਗਤ ਅੱਗੇ ਕੁਰਲਾ ਉੱਠਿਆ ਕਿ ਬੋਹੜੀ ਕਰੋ, ਮੈਨੂੰ ਬਖਸ਼ ਲਓ, ਜੋ ਮਰਜ਼ੀ ਤਨਖਾਹ ਲਾਓ, ਡੰਡ ਲਾਓ, ਪਰ ਬਖਸ਼ ਲਓ। ਸਾਰੀ ਸੰਗਤ ਨੇ ਉਸ ਦੇ ਵੱਡੇ ਗੁਨਾਹ ਨੂੰ ਮੁੱਖ ਰੱਖ ਕੇ ਤਨਖਾਹ ਲਾਈ ਕਿ ਸਰਵਣ ਸਿੰਘ ਮੂੰਹ ਕਾਲਾ ਕਰਕੇ ਛਿੱਤਰਾਂ ਦੀ ਮਾਲਾ ਗਲ ਪਾ ਕੇ ਗਧੇ ਤੇ ਚੜੇ ਅਤੇ 5 ਪਿੰਡਾਂ ਵਿੱਚ ਫਿਰੇ ਤੇ ਪੁਕਾਰ ਕੇ ਦੱਸਦਾ ਫਿਰੇ ਕਿ ਆਹ ਅਵੱਗਿਆ ਮੇਰੇ ਪਾਸੋਂ ਹੋਈ, ਜਿਸ ਕਾਰਨ ਇਹ ਤਨਖਾਹ ਸੰਗਤ ਵੱਲੋਂ ਲਾਈ ਗਈ ਹੈ। ਜੇ ਇਹ ਕਰੇਗਾ ਤਾਂ ਬਖਸ਼ਿਆ ਜਾ ਸਕਦਾ ਹੈ, ਐਵੇਂ ਨਹੀਂ। ਭਾਈ ਸਰਵਣ ਸਿੰਘ ਨੇ ਇਹ ਤਨਖਾਹ ਖੁਸ਼ੀ-ਖੁਸ਼ੀ ਕਬੂਲ ਕਰ ਲਈ। ਕੋਈ ਹੋਰ ਹੁੰਦਾ ਤਾਂ ਇਹ ਤਨਖਾਹ ਕਦੇ ਕਬੂਲ ਨਾ ਕਰਦਾ, ਕਿਉਂਕਿ ਇਸ ਤਨਖਾਹ ਵਿੱਚ ਬਹੁਤ ਬੇਇੱਜ਼ਤੀ ਮਹਿਸੂਸ ਹੋਣੀ ਸੀ। ਪਰ ਧੰਨ ਹੈ ਭਾਈ ਸਰਵਣ ਸਿੰਘ, ਜਿਸ ਨੇ ਰਤਾ ਵੀ ਉਜ਼ਰ ਨਾ ਕੀਤਾ ਅਤੇ ਸਭ ਕੁਝ ਕਬੂਲ ਕਰ ਲਿਆ। ਉਸਨੇ ਫੱਲੇਵਾਲ ਦੇ ਘੁਮਿਆਰਾਂ ਤੋਂ ਗਧਾ ਲਿਆ ਅਤੇ ਤਵੇ ਦੀ ਕਾਲਖ ਨਾਲ ਤੇਲ ਰਲਾ ਕੇ ਆਪਣਾ ਮੂੰਹ ਕਾਲਾ ਕੀਤਾ, ਗਲ ਵਿੱਚ ਛਿੱਤਰਾਂ ਦੀ ਮਾਲਾ ਪਾਈ ਅਤੇ ਗਧੇ ਤੇ ਸਵਾਰ ਹੋ ਗਿਆ। ਇਸ ਤਰ੍ਹਾਂ ਉਹ ਆਪਣੇ ਪਿੰਡ ਫੱਲੇਵਾਲ, ਗੁੱਜਰਵਾਲ, ਨਾਰੰਗਵਾਲ, ਲੋਹਗੜ੍ਹ ਅਤੇ ਮਹਿਮਾ ਸਿੰਘ ਵਾਲਾ, ਇਹਨਾਂ 5 ਪਿੰਡਾਂ ਵਿੱਚ ਗਧੇ ਤੇ ਚੜਾਇਆ ਫਿਰਿਆ। ਉਹ ਆਪਣੇ ਉੱਚੇ ਕੁੱਲ ਦੀ ਕਾਣ ਕਣੌੜ ਛੱਡ ਕੇ ਨਿਮਾਣਾ ਬਣ ਕੇ ਇਸ ਹਾਲਤ ਵਿੱਚ 5 ਪਿੰਡਾਂ ਵਿੱਚ ਘੁੰਮਿਆ। ਜੋ ਉਸ ਦੀ ਗੱਲ ਸੁਣਦਾ ਸੀ ਉਹ ਰੋ ਪੈਂਦਾ ਸੀ। ਜੋ ਵੀ ਉਸ ਦੀ ਪੁਕਾਰ ਸੁਣਦਾ ਸੀ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੀ ਕਿ ਰੱਬਾ ਇਸ ਨੂੰ ਬਖਸ਼ ਲੈ। ਸਭ ਪਿੰਡਾਂ ਵਿੱਚ ਘੁੰਮ ਕੇ ਅਖੀਰ ਵਿੱਚ ਉਹ ਜਦੋਂ ਨਾਰੰਗਵਾਲ ਪਿੰਡ ਆਇਆ ਤਾਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਗ੍ਰਹਿ ਵਿਖੇ ਹੀ ਸੰਗਤ ਦਾ ਇਕੱਠ ਸੀ। ਭਾਈ ਸਾਹਿਬ ਦੇ ਨਰਮ ਦਿਲ ਮਾਤਾ ਜੀ, ਮਾਤਾ ਪੰਜਾਬ ਕੌਰ ਜੀ ਨੇ ਹੰਝੂਆਂ ਨਾਲ ਪੁਲਕ੍ਰਿਤ ਹੋ ਕੇ ਜੱਫੀ ਪਾ ਕੇ ਉਸ ਨੂੰ ਗਧੇ ਤੋਂ ਉਤਾਰਿਆ ਅਤੇ ਭਰੇ ਦੀਵਾਨ ਵਿੱਚ ਸੰਗਤ ਸਾਹਮਣੇ ਪੇਸ਼ ਕੀਤਾ। ਸਾਰੀ ਸੰਗਤ ਹੀ ਉਸ ਦੀ ਇਹ ਹਾਲਤ ਦੇਖ ਕੇ ਦਰਵੀਭੂਤ ਹੋ ਗਈ। ਕਈਆਂ ਦਾ ਰੋਣਾ ਨਿਕਲ ਗਿਆ। ਭਾਈ ਸਾਹਿਬ ਨੂੰ ਸੰਗਤ ਦਾ ਹੁਕਮ ਹੋਇਆ ਕਿ ਉਸ ਦੀ ਕਾਲਖ ਲਾ ਕੇ ਉਸ ਨੂੰ ਸੰਗਤ ਵਿੱਚ ਬਿਠਾਇਆ ਜਾਵੇ। 1 ਘੰਟਾ ਲਾ ਕੇ ਸਾਰੀ ਕਾਲਖ ਲੱਥੀ। ਇਸ਼ਨਾਨੇ ਸੋਧ ਕੇ ਭਾਈ ਸਰਵਣ ਸਿੰਘ ਦਾ ਚਿਹਰਾ ਐਸਾ ਪਰਮਲ ਨਿਰਮਲ ਹੋਇਆ ਕਿ ਚਿਹਰੇ ਦਾ ਰੱਬੀ ਜਲਾਲ ਝੱਲਿਆ ਨਾ ਜਾਵੇ। ਐਸਾ ਇਲਾਹੀ ਹੁਸਨੋ ਜਮਾਲ ਉਹਨਾਂ ਦੇ ਮੁਖਾਰਬਿੰਦ ਅਤੇ ਸਰੀਰ ਤੇ ਪ੍ਰਗਟ ਹੋਇਆ ਕਿ ਝੱਲਿਆ ਨਹੀਂ ਸੀ ਜਾਂਦਾ।
ਉਹਨਾਂ ਦੇ ਰੋਮ ਵਿੱਚ ਅਤੇ ਰਗੋ ਰੇਸ਼ੇ ਵਿੱਚ ਨਿਮਰਤਾ ਰੂਪੀ ਗਰੀਬੀ ਘਰ ਕੀਤੀ ਹੋਈ ਸੀ। ਇਹ ਗਰੀਬੀ ਅਸਲ ਵਿੱਚ ਨੌਨਿਧ ਅੰਮ੍ਰਿਤ ਨਾਮ ਦੀ ਨਿਸ਼ਾਨੀ ਹੈ। ਭਾਈ ਸਰਵਣ ਸਿੰਘ ਜੀ ਫੇਰ ਤੋਂ ਸਰਵਲੋਭ ਵਿਵੇਕ ਦੀ ਰਹਿ ਸਮੇਤ ਪੂਰੀ ਤਰ੍ਹਾਂ ਖਾਲਸਾ ਰਹਿਤ ਵਿੱਚ ਸਾਵਧਾਨ ਹੋ ਗਏ ਅਤੇ ਸਾਰੀ ਉਮਰ ਹੀ ਕਾਇਮ ਰਹੇ। ਉਹਨਾਂ ਦੀ ਅਵਸਥਾ ਅੱਗੇ ਨਾਲੋਂ ਵੀ ਕਈ ਗੁਣਾ ਵੱਧ ਉਚੇਰੀ ਹੋ ਗਈ ਅਤੇ ਸਤਿਕਾਰ ਵੀ ਅੱਗੇ ਨਾਲੋਂ 10 ਗੁਣਾ ਵੱਧ ਹੋਣ ਲੱਗ ਪਿਆ। ਉਹਨਾਂ ਨੇ ਉਹ ਕਰ ਦਿਖਾਇਆ ਸੀ ਜੋ ਉਹਨਾਂ ਵਾਂਗ ਉੱਚੀ ਅਵਸਥਾ ਵਾਲਾ ਗੁਰਸਿੱਖ ਹੀ ਕਰ ਸਕਦਾ ਸੀ। ਇਹ ਤਨਖਾਹ ਨਿਭਾਉਣੀ ਬੜੀ ਔਖੀ ਸੀ, ਪਰ ਉਹ ਨਿਭਾ ਗਏ। ਅੱਜ ਕੱਲ੍ਹ ਲੋਕ ਬੜੀਆਂ ਬੱਜਰ ਕੁਰਹਿਤਾਂ ਕਰਕੇ ਪੰਜਾਂ ਪਾਸ ਪੇਸ਼ ਹੋ ਜਾਂਦੇ ਹਨ ਅਤੇ ਐਵੇਂ ਹੀ ਛੁੱਟ ਜਾਂਦੇ ਹਨ। ਫਿਰ ਉਹੀ ਗਲਤੀਆਂ ਕਰਦੇ ਹਨ ਅਤੇ ਫਿਰ ਬਖਸ਼ੇ ਜਾਂਦੇ ਹਨ। ਪਹਿਲਿਆਂ ਜ਼ਮਾਨਿਆਂ ਵਿੱਚ ਬੱਜਰ ਕੁਰੈਤੀਆਂ ਨੂੰ ਤਕੜੀ ਤਨਖਾਹ ਲਾ ਕੇ ਹੀ ਬਖਸ਼ਦੇ ਹੁੰਦੇ ਸੀ, ਜਿਸ ਕਾਰਨ ਉਦੋਂ ਸਿੱਖ ਬਹੁਤ ਘੱਟ ਪਤਿਤ ਹੋਇਆ ਕਰਦੇ ਸਨ। ਅੱਜ ਕੱਲ੍ਹ ਸਭ ਪਾਸੇ ਢਿੱਲ ਵਰਤੀ ਹੋਈ ਹੈ। 1914 ਵਿੱਚ ਭਾਈ ਸਾਹਿਬ ਰਣਧੀਰ ਸਿੰਘ ਜੀ ਹੋਰ ਜਥੇ ਦੇ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਨਾਲ ਭਾਰਤ ਵਿੱਚ ਅੰਗਰੇਜ਼ਾਂ ਨੂੰ ਕੱਢਣ ਲਈ ਗਦਰ ਕਰਨ ਦੀ ਸਾਜ਼ਿਸ਼ ਵਿੱਚ ਗ੍ਰਿਫਤਾਰ ਹੋ ਗਏ ਅਤੇ ਉਮਰ ਕੈਦੀ ਹੋ ਗਏ। ਭਾਈ ਸਾਹਿਬ ਜੀ 1930 ਵਿੱਚ ਜੇਲੋਂ ਬਾਹਰ ਆਏ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਈ ਸਰਵਣ ਸਿੰਘ ਜੀ ਫੱਲੇਵਾਲ ਅਕਾਲ ਚਲਾਣਾ ਕਰਕੇ ਗੁਰਪੁਰੀ ਜਾ ਬਿਰਾਜੇ ਸਨ। ਭਾਈ ਸਾਹਿਬ ਨੂੰ ਉਹਨਾਂ ਦਾ ਅੱਤ ਦਾ ਪ੍ਰੇਮ ਸਨੇਹ ਸੀ। ਭਾਈ ਸਰਵਣ ਸਿੰਘ ਜੀ ਦੇ ਜੀਵਨ ਵਿੱਚੋਂ ਕਮਾਲ ਦੀਆਂ ਸਿੱਖਿਆਵਾਂ ਮਿਲਦੀਆਂ ਹਨ, ਜੋ ਕਿ ਕਿਸੇ ਵੀ ਅਵਸਥਾ ਦੇ ਸਿੱਖ ਲਈ ਬਹੁਤ ਸਿੱਖਦਾਇਕ ਅਤੇ ਲਾਹੇਵੰਦ ਹਨ। ਅਸੀਂ ਆਸ ਕਰਦੇ ਹਾਂ ਕਿ ਭਾਈ ਸਰਵਣ ਸਿੰਘ ਜੀ ਦੀ ਇਹ ਵੀਡੀਓ ਸੀਰੀਜ਼ ਜੋ ਗੁਰਮਤਿ ਵਿਵੇਕ ਟੀਮ ਨੇ ਤਿਆਰ ਕੀਤੀ ਹੈ, ਆਪ ਸੰਗਤਾਂ ਨੂੰ ਪਸੰਦ ਆਈ ਹੋਵੇਗੀ। ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਤਾਂ ਅੰਗਰੇਜ਼ੀ ਵਿੱਚ ਵੀ ਇਹਨਾਂ ਦਾ ਇੱਕ ਲਾਈਫ ਸਕੈਚ ਤਿਆਰ ਕੀਤਾ ਜਾਵੇਗਾ ਅਤੇ ਕਿਤਾਬੀ ਰੂਪ ਵਿੱਚ ਵੀ ਤਸਵੀਰਾਂ ਸਹਿਤ ਇਹਨਾਂ ਦਾ ਜੀਵਨ ਪ੍ਰਕਾਸ਼ਿਤ ਕੀਤਾ ਜਾਵੇਗਾ। ਅਸੀਂ ਹੋਰ ਵੀ ਪੰਥ ਦੇ ਮਹਾਨ ਗੁਰਮੁਖਾਂ ਭਗਤਾਂ ਦੇ ਜੀਵਨ ਇਸ ਤਰ੍ਹਾਂ ਕਵਰ ਕਰਨ ਦੀ ਮਨਸ਼ਾ ਰੱਖਦੇ ਹਾਂ ਅਤੇ ਇਸ ਕੰਮ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਅਜਿਹੀਆਂ ਤਸਵੀਰਾਂ ਵਾਲੀਆਂ ਵੀਡੀਓਜ਼ ਤਿਆਰ ਕਰਨ ਤੇ ਕਾਫੀ ਖਰਚਾ ਆਇਆ ਹੈ ਅਤੇ ਅੱਗੇ ਵੀ ਆਵੇਗਾ, ਸੋ ਤੁਸੀਂ ਆਪਣਾ ਦਸਵੰਧ ਗੁਰਮਤਿ ਵਿਵੇਕ ਨੂੰ ਦੇ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਅਤੇ ਇਹਨਾਂ ਵੀਡੀਓਜ਼ ਨੂੰ ਆਪਣੇ ਬੱਚਿਆਂ ਨੂੰ ਦਿਖਾ ਕੇ ਉਹਨਾਂ ਦਾ ਜੀਵਨ ਉੱਚਾ ਚੱਕ ਸਕਦੇ ਹੋ। ਅਸੀਸ ਬਖਸ਼ੋ ਕਿ ਅਸੀਂ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ ਅਤੇ ਤੁਹਾਡੀ ਖੁਸ਼ੀ ਪ੍ਰਾਪਤ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।